किनुआ जिहड़ा हैगा 1 महीने च जे खावे वो समझो कि 7-8 वार या 10 वार मुर्गा खाण दे बराबर हैगा। इनू मैं 150 रुपए किलो के हिसाब से लिया वा, जिहड़ा कि अज मार्केट दे विच तुहानूं 1000 तो 2500 रुपए किलो तक अलग अलग कंपनियां दे रही हैं। इहदे विच सवाए विटामिन डी तो छड्ड के सारे विटामिन्स हैगे ने। इहदे विच प्रोटीन जिहड़ी हैगी है वो फर्स्ट क्लास प्रोटीन हैगी है। ये देखो इस वक्त पीला हैगा और इहदे विच काले काले दाने भी हैगे। चार तो 5 किलो 1 घंटे च कर सकते हैं, इन्ना क टाइम ये मशीन लैंदी है। ਜਿਹੜੇ पूरे रगड़े गए वो चिट्टे हैं, यानी कि 4 बार रगड़न तो बाद चिट्टा हो जाएगा। हाँ चिट्टा। जे असी किनुआ की देखिए, किनुआ का जिहड़ा हैगा इनू सुपर फूड गिनिया जाता है। जदों ये देखते गए पता लग्या कि एक तरह का सुपर फूड हैगा और वैजीटेरियंस लिए बहुत अच्छा हैगा ते ये हर जगह ग्रो किया जा सकता हैगा। देखो जी 1 एकड़ किनुआ ग्रो करने लई ਉਹਦਾ तकरीबन खर्चा 8 ਤੋਂ 10 हज़ार रुपया सर। ਤੁਸੀਂ ਬੱਚਿਆਂ ਨੂੰ ਕਿਨੂਆ ਕਈ ਫਾਰਮਸ ਦੇ ਸਕਦੇ ਹੋ। ਦਲੀਆ ਹੋ ਜਾਂਦਾ, ਖਿਚੜੀ ਹੋ ਗਈ, ਇਹਦੇ ਵਿੱਚ ਲੱਡੂ ਬਣ ਜਾਂਦੇ, ਬੱਚਾ ਨਹੀਂ ਖਾਂਦਾ, ਚਾਕਲੇਟ ਬਣ ਜਾਂਦੇ, ਬਿਸਕਿਟਸ ਬਣਦਾ, ਰੋਟੀ ਦੇ ਫਾਰਮ 'ਚ ਦੇ ਸਕਦੇ ਔਰ ਇਹਦੀ ਬਹੁਤ ਸਾਰੀਆਂ ਚੀਜ਼ਾਂ ਬਣ ਸਕਦੀਆਂ। ਤੁਸੀਂ ਜਿਵੇਂ ਮਰਜ਼ੀ ਮਿਠਾਈ ਬਣਾਉਣੀ ਹੈ ਵਿੱਚ ਐਡ ਕਰ ਸਕਦੇ ਹੋ। बाकी किनुआ एक ऐसी वर्सटाइल चीज़ है जिस मर्जी खाने च कि जिस मर्जी फॉर्म च बना सकते हो। डेली पोस्ट पंजाबी देख रहे तमाम दर्शकों का मैं सुमन जेटली स्वागत करती हाँ। नई रीसा मेरे सोने पंजाब दियां, ये खेत, ये फसलां, पंछियां दे चहकदे सुर तुहानूं होर किते नहीं सुनन नूं मिलने। साडे पंजाब दी खेती जिस दी चर्चा देशां विदेशां दे विच हुंदी है, साडी पंजाब दी किसानी दी चर्चा देशां विदेशां दे विच हुंदी है, पर ये साडी त्रासदी है कि किसान अपना हक लैण दे लई कई महीनों तो लगातार दिल्ली दे विच डटे हुए ने। खैर गलबात करते हैं एक अजिहे किसान की जिन्हां दे नाल मुलाकात करन दे लई डेली पोस्ट पंजाबी की टीम अज खैरा बेट पहुंची है। एक किसान जो अपनी पत्नी दे नाल मिल के किनुआ की खेती कर रहे, हालांकि MBBS कीती सी, डॉक्टर सीगे, पर डॉक्टरी छड़ के खेतीबाड़ी दे वल क्यों आए ने, सारी गलबात अज करांगे। मेरा नाम जगमोहन सिंह है। मैं प्रोफेशनली MBBS डॉक्टर सी ते 2006 मेरे फादर कैप्टन रतन सिंह के देहांत तो बाद मैं खेती दे विच आया ते शुरू च मैं कोशिश ये की सी भी मैं दोनों पासे कर लवां, वो नहीं होया तो फिर मैं खेती 2008-9 तो मैं पूरा ही खेती आ गया। लेकिन मैं कोई चीज़ ऐसी करना चाहता सीगा जिहदे नाल कि लोकां नूं भी बहुत फायदा होवे। असी साडे बच्चे आस्ट्रेलिया च ने तो असी 14-15 ਦੇ ਵਿੱਚ 2014-2015 ਦੇ ਵਿੱਚ ਆਸਟ੍ਰੇਲੀਆ ਵਿਜ਼ਿਟ ਕੀਤਾ। ਉਸ ਦੇ ਦੌਰਾਨ ਅਸੀਂ ਇੱਕ ਹੌਲੀਡੇ ਟ੍ਰਿਪ ਦੇ ਉੱਤੇ ਟੈਸਮੀਨੀਆ 'ਚ ਗਏ। ਨੈਕਸਟ ਜਿਹੜਾ ਸਟਾਪ ਸੀ ਉੱਥੇ ਪਹੁੰਚ, ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਚੀਜ਼ ਹੈ ਤੇ ਉਹਨਾਂ ਨੇ ਸਾਨੂੰ ਦੱਸਿਆ ਜੀ ਇਹ ਕਿਨੂਆ ਹੈਗਾ। ਮੈਂ ਉਸ ਵਕਤ ਇਹ ਕਿਨੂਆ ਦਾ ਨਾਂ ਪਹਿਲੀ ਦਫਾ ਸੁਣਿਆ ਸੀਗਾ ਤੇ ਮੈਨੂੰ ਝਾਕਾ ਵੀ ਆਇਆ ਤੇ ਮੈਂ ਉਹਨਾਂ ਨੂੰ ਅੱਗੇ ਕੁਛ ਨਹੀਂ ਪੁੱਛਿਆ ਤੇ ਅਸੀਂ ਆਪਣੇ ਦਿਮਾਗ 'ਚ ਰੱਖ ਕੇ ਜਦੋਂ ਵਾਪਸ ਅਸੀਂ ਬੱਚਿਆਂ ਕੋਲੇ ਮੈਲਬਨ ਆ ਗਏ ਤੇ ਉੱਥੇ ਆ ਕੇ ਅਸੀਂ ਇੰਟਰਨੈਟ ਦੇ ਉੱਤੇ ਦੇਖਣਾ ਸ਼ੁਰੂ ਕੀਤਾ ਵੀ ਇਹ ਕਿਨੂਆ ਕੀ ਚੀਜ਼ ਹੈਗੀ ਹੈ।
ਜਦੋਂ ਇਹਦੇ ਵੱਲ ਦੇਖਦੇ ਗਏ ਪਤਾ ਲੱਗਿਆ ਕਿ ਇੱਕ ਤਰ੍ਹਾਂ ਦਾ ਸੁਪਰ ਫੂਡ ਹੈਗਾ ਔਰ ਵੈਜੀਟੇਰੀਅਨਸ ਲਈ ਬਹੁਤ ਅੱਛਾ ਹੈਗਾ ਅਤੇ ਇਹ ਹਰ ਜਗ੍ਹਾ ਗਰੋ ਕੀਤਾ ਜਾ ਸਕਦਾ ਹੈਗਾ। ਜਦੋਂ ਅਸੀਂ ਵਾਪਸ ਆਏ ਤਾਂ ਮੇਰੇ ਦਿਲ ਦੇ ਵਿੱਚ ਤਮੰਨਾ ਸੀਗੀ ਵੀ ਅਸੀਂ ਇਹ ਕਿਨੂਆ ਗਰੋ ਕਰੀਏ, ਇਹਦੇ ਬਾਰੇ ਜਾਣੀਏ, ਇਹਦੇ ਬਾਰੇ ਕਰੀਏ। ਅਤੇ ਇਸ ਸਟੇਜ ਦੇ ਉੱਤੇ ਕਿਉਂਕਿ ਮੈਂ ਫਾਰਮ ਦੇ ਵਿੱਚ ਬਿਜ਼ੀ ਹੋ ਗਿਆ ਅਤੇ ਮੇਰੀ ਵਾਈਫ ਸਿਮਰ, ਇਹਨਾਂ ਨੇ ਇੰਟਰਨੈੱਟ ਤੋਂ ਇਹਦੀ ਸਰਚ ਕਰਨੀ ਸ਼ੁਰੂ ਕੀਤੀ। ਕਰਦੇ ਕਰਾਂਦੇ ਇਹਨਾਂ ਨੂੰ ਇੱਕ ਕੌਂਟੈਕਟ ਹੈਦਰਾਬਾਦ 'ਚ ਮਿਲਿਆ। ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ, ਸਾਨੂੰ ਉਹਨਾਂ ਨੇ ਅੱਧੇ ਕਿੱਲੇ ਦਾ ਸੀਡ ਭੇਜਿਆ, ਅੱਧੇ ਏਕੜ ਦਾ ਸੀਡ ਭੇਜਿਆ। ਪਰ ਉਹਦੀ ਕਿਵੇਂ ਬੀਜਣਾ, ਕਿਸ ਤਰ੍ਹਾਂ ਕਰਨਾ, ਕੀ ਕਰਨਾ, ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੀਗੀ। ਉਹ ਵੀ ਜਾਣਕਾਰੀ ਜਿਹੜੀ ਹੈਗੀ ਫਿਰ ਅਸੀਂ ਇੰਟਰਨੈੱਟ 'ਤੇ ਗਏ ਅਤੇ ਇੰਟਰਨੈੱਟ 'ਤੇ ਜਾ ਕੇ ਉੱਥੋਂ ਦੇਖਦੇ ਗਏ, ਕਦੀ ਕਿਤੇ, ਕਦੀ ਕਿਸੇ ਨੇ ਗਮਲੇ 'ਚ ਗਰੋ ਕੀਤੇ ਸੀ, ਕਿਸੇ ਨੇ ਕਿਤੇ ਗਰੋ ਕੀਤੇ ਸੀਗੇ, ਜਿਵੇਂ ਘਰਾਂ 'ਚ ਗਰੋ ਕਰਦੇ ਹੈਗੇ। ਇਹੋ ਜਿਹੀਆਂ ਚੀਜ਼ਾਂ ਇੰਟਰਨੈੱਟ 'ਤੇ ਸੀਗੀਆਂ, ਪਰ ਐਗਰੀਕਲਚਰ ਸਾਈਡ 'ਤੇ ਕੁਛ ਨਹੀਂ ਸੀਗਾ। ਅਲਟੀਮੇਟਲੀ ਸਾਨੂੰ ਥੋੜ੍ਹਾ ਜਿਹਾ ਨੌਲੇਜ ਆਈ ਉਹਨਾਂ ਤੋਂ ਵਾਪਸ ਹੀ। ਅਸੀਂ ਜਦੋਂ ਉਹਨਾਂ ਕੋਲ ਗਏ ਹੈਦਰਾਬਾਦ ਵਾਲਿਆਂ ਕੋਲ, ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਬੀਜਦੇ ਆ। ਮੈਨੂੰ ਸੀਡ ਦਾ ਪ੍ਰੋਸੈਸਿੰਗ ਦਾ ਪਤਾ ਹੈਗਾ, ਮੈਨੂੰ ਬੀਜਣ ਦਾ ਨਹੀਂ ਪਤਾ, ਪਰ ਮੈਂ ਦੇਖਿਆ ਇਸ ਤਰ੍ਹਾਂ। ਸੋ ਅਸੀਂ ਫਿਰ ਅੱਧਾ ਏਕੜ ਦੀ ਬਜਾਏ 1 ਏਕੜ ਤਿਆਰ ਕੀਤਾ। 1 ਏਕੜ ਤਿਆਰ ਕਰਕੇ ਉਹਦੇ ਵਿੱਚ ਅਸੀਂ ਸੀਡ ਨੂੰ 2 ਹਿੱਸਿਆਂ 'ਚ ਵੰਡ ਲਿਆ ਵੀ ਤਾਂ ਕਿ ਜੇ ਪਹਿਲੀ ਦਫਾ ਕੋਈ ਗਲਤੀ ਹੋਵੇ ਉਹ ਦੂਸਰੀ ਦਫਾ ਅਸੀਂ ਸੁਧਾਰ ਲਈਏ। ਅਤੇ ਅਸੀਂ ਅੱਧਾ ਏਕੜ ਸੀਡ ਖੁੱਲ੍ਹਾ ਕਰਕੇ ਬੀਜਿਆ ਅਤੇ ਹਫ਼ਤੇ ਕੁ ਬਾਅਦ ਉੱਗਣਾ ਸ਼ੁਰੂ ਹੋ ਗਿਆ। ਅਤੇ ਫਿਰ ਅਸੀਂ ਬਾਕੀ ਸੀਡ ਬੀਜਿਆ, ਜਿਹੜੀਆਂ ਗਲਤੀਆਂ ਸੀ ਉਸ ਤੋਂ ਅਸੀਂ ਕੱਢੀਆਂ। ਇਹ ਨਵੰਬਰ ਦੇ ਮਹੀਨੇ 'ਚ ਅਸੀਂ ਬੀਜਿਆ ਸੀਗਾ, ਸਰੋਂ ਦੇ ਨਾਲ ਜਿਵੇਂ ਬੀਜਦੇ ਉਹਦੇ ਨਾਲ ਹੀ ਬੀਜਿਆ ਸੀਗਾ। ਅਤੇ ਇਹ ਪੱਕਦਾ ਵੀ ਹੈਗਾ ਜਾ ਕੇ ਸਰੋਂ ਦੇ ਨਾਲ ਹੀ ਹੈਗਾ। ਇਹਦਾ ਪੱਤਾ ਜਿਹੜਾ ਹੈਗਾ ਇਹ ਬੜਾ ਕੌੜਾ ਹੈਗਾ। ਇਸ ਨੂੰ ਕਿਸੇ ਜਾਨਵਰ ਨੇ ਨੁਕਸਾਨ ਨਹੀਂ ਕੀਤਾ। ਸਾਨੂੰ ਕੋਈ ਇਹਦੇ ਉੱਤੇ ਸਪਰੇਅ ਕਰਨ ਦੀ ਲੋੜ ਨਹੀਂ ਪਈ, ਕੋਈ ਇਹਦੇ ਵਿੱਚ ਸਾਨੂੰ ਖਾਦ ਦੀ ਲੋੜ ਨਹੀਂ ਪਈ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਇਹ ਕਮਜ਼ੋਰ ਤੋਂ ਕਮਜ਼ੋਰ ਜ਼ਮੀਨ 'ਚ ਵੀ ਹੋ ਸਕਦਾ ਹੈਗਾ। ਅਤੇ ਜਦੋਂ ਸਾਡੇ ਫੁੱਲ ਆਉਣੇ ਸ਼ੁਰੂ ਹੋ ਗਏ, ਮੈਨੂੰ ਉਹੀ ਨਜ਼ਾਰਾ ਵਾਪਸ ਆ ਗਿਆ। ਇਸ ਤੋਂ ਬਾਅਦ ਜਿਹੜਾ ਸੀਗਾ ਕਿ ਅਸੀਂ ਸੀਡ ਕਿਵੇਂ ਪ੍ਰੋਸੈਸ ਕਰਨਾ, ਕਿਵੇਂ ਕੱਟਣਾ, ਕੀ ਨਹੀਂ ਕਰਨਾ, ਸਾਨੂੰ ਕੁਛ ਨਹੀਂ ਸੀ ਪਤਾ। ਉਸ ਹਾਲਤ ਦੇ ਵਿੱਚ ਫਿਰ ਸਿਮਰ ਫਿਰ ਯੂਨੀਵਰਸਿਟੀ ਗਈ, ਉੱਥੇ ਡਾਕਟਰ ਪੂਨਮ ਜਿਹੜੇ ਸੀਗੇ ਉਹਨਾਂ ਨੂੰ ਮਿਲੇ। ਉਹ ਇੱਥੇ ਉਹਨਾਂ ਨੇ ਵਿਜ਼ਿਟ ਕੀਤਾ। ਉਹਨਾਂ ਨੇ ਫਿਰ ਸਾਨੂੰ ਆਪਣੇ ਤੌਰ 'ਤੇ ਤਰੀਕੇ 'ਤੇ ਦੱਸਿਆ ਵੀ ਇਹਨੂੰ ਇਸ ਤਰ੍ਹਾਂ ਜਿਵੇਂ ਸਰੋਂ ਨੂੰ ਕੱਢਦੇ ਹੈਗੇ ਆ ਉਸ ਤਰ੍ਹਾਂ ਕੱਢੋ। ਸੋ ਪਹਿਲੀ ਕਰੋਪ ਸਾਡੀ ਉਦੋਂ ਆਈ। ਸਾਡੇ ਕੋਲ ਕਰੋਪ ਤਿਆਰ ਸੀਗੀ, ਲੇਕਿਨ ਜਦੋਂ ਖਾਣ ਲੱਗੇ ਤਾਂ ਬਿਲਕੁਲ ਕੌੜਾ ਸੀ। ਇਹਨੂੰ ਤੁਸੀਂ ਮੂੰਹ 'ਚ ਨਹੀਂ ਪਾ ਸਕਦੇ, ਇੰਨਾ ਕੌੜਾ ਸੀਗਾ। ਹੁਣ ਇਹਨੇ ਖਾਣ ਵਾਲਾ ਕਿਵੇਂ ਵੱਡਾ ਹੈਗਾ ਉਹਦਾ ਪ੍ਰੋਸੈਸ ਫਿਰ ਅਸੀਂ ਦੇਖਣਾ ਸ਼ੁਰੂ ਹੋਇਆ। ਜਿਹੜੀਆਂ ਮਸ਼ੀਨਾਂ ਅਵੇਲੇਬਲ ਸੀ ਉਹ ਕਰੋੜਾਂ ਦੇ ਵਿੱਚ ਸੀਗੀਆਂ। ਸਾਡੇ ਕੋਲ ਨਾ ਤਾਂ ਉਹਨੇ ਫਾਈਨੈਂਸਿਸ ਸੀਗੇ ਅਤੇ ਨਾ ਹੀ ਸਾਡੇ ਕੋਲ ਉਨੀ ਮਸ਼ੀਨ ਨੂੰ ਕੋਈ ਫੀਡ ਕਰਨ ਲਈ ਸਾਡੇ ਕੋਲ ਰॉ ਮਟੀਰੀਅਲ ਸੀ। ਫਿਰ ਯੂਨੀਵਰਸਿਟੀ ਦੀ ਮਦਦ ਨਾਲ ਅਸੀਂ ਇੱਕ ਮਸ਼ੀਨ ਤਿਆਰ ਕਰਾਈ, ਹਿੱਟ ਐਂਡ ਟਰਾਇਲ ਮੈਥਡ ਦੇ ਨਾਲ। ਕਦੀ ਉਹ ਕੋਈ ਚੀਜ਼ ਗਲਤ ਹੁੰਦੀ ਸੀ, ਕਦੀ ਕੁਛ ਅਸੀਂ ਕਰਦੇ ਕਰਾਉਂਦੇ ਅਸੀਂ 3 ਕੁ ਮਹੀਨਿਆਂ 'ਚ ਮਸ਼ੀਨ ਤਿਆਰ ਕਰਕੇ ਫਿਰ ਅਸੀਂ ਪਹਿਲਾ ਪ੍ਰੋਸੈਸ ਕੀਤਾ। ਅਤੇ ਅਸੀਂ ਅਗਲੇ ਸਾਲ 1 ਏਕੜ ਤੋਂ 2 ਏਕੜ ਵਧਾਤਾ ਐਂਡ ਵੀ ਅਸੀਂ ਅੱਗੇ ਨਾਲੋਂ ਅੱਛਾ ਕਰਨਾ ਸ਼ੁਰੂ ਕੀਤਾ। ਉਦੋਂ ਇਹਦਾ ਮਾਰਕੀਟ ਰੇਟ ਸੀਗਾ 1000 ਰੁਪਏ ਦੇ ਕਰੀਬ ਸੀਗਾ। ਅਸੀਂ ਉਹਦੇ ਨਾਲੋਂ ਘੱਟ ਰੱਖ ਕੇ ਵੇਚਿਆ। ਹੌਲੀ ਹੌਲੀ ਅਸੀਂ ਰੇਟ ਘਟਾਉਣਾ ਸ਼ੁਰੂ ਕੀਤਾ, ਕਿਉਂਕਿ ਮੇਰਾ ਏਮ ਹੈ ਕਿ ਐਸੀ ਡਾਈਟ ਹੈ ਜਿਹੜੇ ਕਿ ਸ਼ਾਕਾਹਾਰੀ ਜਾਂ ਵੈਜੀਟੇਰੀਅਨ ਜਿਹਨਾਂ ਨੂੰ ਕਹਿੰਦੇ ਆ, ਕਿ ਇਹ ਉਹਨਾਂ ਨੂੰ ਮੀਟ ਨੂੰ ਵੀ ਜਾਂ ਚਿਕਨ ਦੇ ਜਾਂ ਫਿਸ਼ ਨੂੰ ਵੀ ਮਾਤ ਕਰ ਸਕਦੀ ਹੈਗੀ ਹੈ। ਉਹਨਾਂ ਲਈ ਇਹ ਡਾਈਟ ਹੈਗੀ ਹੈ ਅਤੇ ਇਹ ਆਮ ਬੰਦੇ ਲਈ ਵੀ ਅਵੇਲੇਬਲ ਹੋਣੀ ਚਾਹੀਦੀ ਹੈ। ਮੇਰਾ ਏਮ ਹੈਗਾ ਕਿ ਮੈਂ ਇਹਨੂੰ ਅਲਟੀਮੇਟਲੀ ਆਪਣੇ ਪ੍ਰੋਸੈਸ, ਆਪਣੀ ਜਿੰਨੀ ਵੀ ਮੇਰੀ ਹੈਗੀ ਹੈ ਤਰੀਕਾ ਹੈਗਾ ਉਹਦੇ ਵਿੱਚ ਰਿਫਾਈਨਮੈਂਟ ਕਰਕੇ ਇਹਨੂੰ ਮੈਂ 150 ਰੁਪਏ ਕਿੱਲੋ ਦੇ ਹਿਸਾਬ 'ਤੇ ਲਿਆ ਵਾਂ, ਜਿਹੜਾ ਕਿ ਅੱਜ ਮਾਰਕੀਟ ਦੇ ਵਿੱਚ ਤੁਹਾਨੂੰ 1000 ਤੋਂ 2500 ਰੁਪਏ ਕਿੱਲੋ ਤੱਕ ਅਲੱਗ-ਅਲੱਗ ਕੰਪਨੀਆਂ ਦੇ ਰਹੀਆਂ ਹੈਗੀਆਂ। ਅਤੇ ਇਹ ਹੈਗੀ ਛੋਟੀ ਜਿਹੀ ਕਹਾਣੀ ਸਾਡੀ ਕਿਨੂਆ ਦੀ। ਅਸੀਂ ਇਸ ਸਾਲ ਫਿਰ
ਨਵੰਬਰ 'ਚ ਬੀਜਾਂਗੇ ਤੇ ਕੋਸ਼ਿਸ਼ ਹੈ ਕਿ ਅਸੀਂ 2 ਏਕੜ ਦੁਬਾਰਾ ਫਿਰ ਬੀਜੀਏ ਤੇ ਅੱਗੇ ਸਾਡੀ ਕੋਸ਼ਿਸ਼ ਜਾਰੀ ਰਹੂਗੀ। ਇਹਦੇ ਜਿਹੜੇ ਖਰਚੇ ਹੈਗੇ ਨੇ ਮੇਨ ਇਹਦਾ ਹੈਗਾ ਸੀਡ ਦਾ ਕੋਸਟ, ਬਾਕੀ ਬਿਜਾਈ ਦਾ ਕੋਸਟ ਇਹਦਾ ਉਨਾ ਹੀ ਹੈਗਾ ਜਿੰਨਾ ਕਿ ਇੱਕ ਸਰੋਂ ਦਾ ਹੁੰਦਾ ਹੈਗਾ, ਸਰੋਂ ਦੇ ਖੇਤ ਦਾ ਹੁੰਦਾ ਹੈਗਾ। ਜਿਹੜੀ ਕਟਾਈ ਹੈਗੀ ਹੈ ਇਹਦੀ ਹੱਥਾਂ ਨਾਲ ਹੁੰਦੀ ਹੈ ਕਿਉਂਕਿ ਇਹ ਬਹੁਤ ਛੇਤੀ ਝੜ ਜਾਂਦਾ ਹੈਗਾ। ਉਸ ਤੋਂ ਬਾਅਦ ਦਾਣੇ ਵੀ ਕੱਢਣੇ ਸਰੋਂ ਵਾਂਗੂ ਨਿਕਲ ਜਾਂਦੇ ਹੈਗੇ ਨੇ, ਲੇਕਿਨ ਉਸ ਤੋਂ ਬਾਅਦ ਜਿਹੜਾ ਖਰਚਾ ਹੈਗਾ ਉਹ ਸ਼ੁਰੂ ਹੁੰਦਾ ਹੈ ਕਿ ਇਹਦੀ ਜਿਹੜੇ ਉੱਪਰੋਂ ਕੜੱਤਨ ਜਿਹੜੀ ਹੈਗੀ, ਕੌੜਾਪਨ ਜਿਹੜਾ ਹੈਗਾ ਉਹਨੂੰ ਕਿਵੇਂ ਘਟਾਇਆ ਜਾਵੇ। ਉਹਦੇ ਵਿੱਚ ਬਹੁਤ ਜ਼ਿਆਦਾ ਲੇਬਰ ਹੈਗੀ ਹੈ, ਉਹਦੇ 'ਚ ਮਸ਼ੀਨ ਦਾ ਵੀ ਕੰਮ ਹੈ, ਹੱਥਾਂ ਦਾ ਵੀ, ਮੈਨੂਅਲ ਵੀ ਬਹੁਤ, ਹੱਥਾਂ ਦਾ ਕੰਮ ਬਹੁਤ ਹੈ, ਤਾਂ ਕਿ ਜਦੋਂ ਇਹ ਤਿਆਰ ਹੁੰਦਾ ਹੈਗਾ ਇਹਨੂੰ ਇਹ ਦੇਖ ਲਓ ਕਿ 7 ਤੋਂ 8 ਦਫਾ ਧੋਣਾ ਪੈਂਦਾ ਹੈਗਾ ਪ੍ਰੋਸੈਸ, ਮਸ਼ੀਨ ਦੇ ਪ੍ਰੋਸੈਸ ਦੇ ਨਾਲ, ਤੇ ਫਿਰ ਇਹ ਜਾ ਕੇ ਤਿਆਰ ਹੁੰਦਾ ਹੈਗਾ। ਤੇ ਇਹ ਅਸੀਂ ਚਾਹੁੰਦੇ ਵੀ ਇਹ ਸਾਰੀ ਚੀਜ਼ ਹੋਰ ਰਿਫਾਈਨ ਕਰ ਲਈਏ, ਹੋਰ ਸੌਖੀ ਕਰ ਲਈਏ ਤਾਂ ਕਿ ਸਾਡਾ ਖਰਚਾ ਘੱਟ ਹੋਵੇ, ਤਾਂ ਕਿ ਅਸੀਂ ਅੱਗੇ ਲੋਕਾਂ ਨੂੰ ਵਾਜਬ ਕੀਮਤ 'ਤੇ, ਅਫੋਰਡੇਬਲ ਕੀਮਤ 'ਤੇ ਦੇ ਸਕੀਏ। ਜੇ ਅਸੀਂ ਕਿਨੂਆ ਦੀ ਦੇਖੀਏ, ਕਿਨੂਆ ਦਾ ਜਿਹੜਾ ਹੈਗਾ ਇਹਨੂੰ ਸੁਪਰ ਫੂਡ ਗਿਣਿਆ ਜਾਂਦਾ ਹੈਗਾ। ਇਹਦੇ ਵਿੱਚ ਸਾਰੇ ਟਰੇਸ ਐਲੀਮੈਂਟਸ ਹੈਗੇ ਨੇ, ਇਹਦੇ ਵਿੱਚ ਸਵਾਏ ਵਿਟਾਮਿਨ ਡੀ ਤੋਂ ਛੱਡ ਕੇ ਸਾਰੇ ਵਿਟਾਮਿਨਸ ਹੈਗੇ ਨੇ। ਇਹਦੇ ਵਿੱਚ ਪ੍ਰੋਟੀਨ ਜਿਹੜੀ ਹੈਗੀ ਹੈ ਉਹ ਫਸਟ ਕਲਾਸ ਪ੍ਰੋਟੀਨ ਹੈਗੀ ਹੈ ਇੱਕ। ਔਰ ਉਸ ਤੋਂ ਬਾਅਦ ਜਿਹੜੇ ਇਹਦੇ ਵਿੱਚ ਸ਼ੂਗਰ ਵਾਲਾ ਪੇਸ਼ੈਂਟ ਇਹਨੂੰ ਖਾ ਸਕਦਾ ਹੈ ਕਿਉਂਕਿ ਇਹਦਾ ਗਲਾਈਸੈਮਿਕ ਇੰਡੈਕਸ ਜਿਹੜਾ ਹੈਗਾ 0 ਹੈਗਾ। ਜਿਹੜੇ ਜਿਨ੍ਹਾਂ ਨੂੰ ਕਣਕ ਤੋਂ ਐਲਰਜੀ ਹੁੰਦੀ ਹੈਗੀ ਹੈ ਉਹ ਵੀ ਇਹ ਖਾ ਸਕਦੇ ਨੇ ਕਿਉਂਕਿ ਇਹਦੇ ਵਿੱਚ ਉਹ ਐਲਰਜੀ ਨਹੀਂ ਹੈਗੀ। ਅਸੀਂ ਜੇ ਫੂਡ ਵੈਲਿਊ ਨਾ ਦੇਖਿਆ ਜਾਵੇ, ਜਿਹੜਾ ਬੰਦਾ 1 ਕਿਲੋ ਕਿਨਵਾ, ਮੇਰੇ ਹਿਸਾਬ ਨਾਲ ਕਿਨਵਾ ਜਿਹੜਾ ਹੈਗਾ 1 ਮਹੀਨੇ 'ਚ ਜੇ ਖਾਵੇ, ਉਹ ਸਮਝੋ ਕਿ 7-8 ਵਾਰ ਜਾਂ 10 ਵਾਰ ਮੁਰਗਾ ਖਾਣ ਦੇ ਬਰਾਬਰ ਹੈਗਾ। ਤੇ ਇੱਥੋਂ ਤੱਕ ਤਾਂ ਅਸੀਂ, ਮੇਰੀ ਜ਼ਿੰਮੇਵਾਰੀ ਇਹਨੂੰ ਪੈਦਾ ਕਰਨ ਦੀ, ਲਿਆ ਕੇ ਸੁਕਾ ਕੇ ਦੇਣ ਦੀ। ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਮੇਰੀ ਵਾਈਫ ਸਿਮਰ ਦੀ ਹੈਗੀ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਿਮਰਪਾਲ ਕੌਰ ਹੈ ਤੇ ਅਸੀਂ 2015 'ਚ ਕਿਨੂਆ ਸ਼ੁਰੂ ਕੀਤਾ ਸੀ। ਮੇਰੇ ਹਸਬੈਂਡ ਇਹਨੂੰ ਬੀਜਦੇ ਹੈ ਤੇ ਪ੍ਰੋਸੈਸਿੰਗ ਦਾ ਕੰਮ ਸਾਰਾ ਮੇਰਾ ਹੈ। ਦੇਖੋ ਜੀ, 1 ਏਕੜ ਕਿਨੂਆ ਗਰੋ ਕਰਨ ਲਈ ਉਹਦਾ ਤਕਰੀਬਨ ਖਰਚਾ 8 ਤੋਂ 10 ਹਜ਼ਾਰ ਰੁਪਇਆ ਸਾਰਾ। ਉਹਦੇ ਵਿੱਚ ਉਹਦੇ ਬੀਜ ਦੀ ਕੀਮਤ ਆ ਗਈ, ਬੀਜਣ ਦੀ ਕੀਮਤ ਆ ਗਈ, ਉਹਦੀ ਦੇਖਭਾਲ ਦੀ ਕੀਮਤ ਆ ਗਈ, ਉਸ ਤੋਂ ਬਾਅਦ ਉਹਦੀ ਹਾਰਵੈਸਟਿੰਗ ਤੱਕ ਆ ਗਈ। ਇਹ ਇੱਥੇ 10,000 ਤੱਕ ਖਰਚਾ ਹੈਗਾ। ਜਿਹੜਾ ਖਰਚਾ ਸ਼ੁਰੂ ਹੁੰਦਾ ਹੈ ਜਦੋਂ ਇਸ ਤੋਂ ਬਾਅਦ ਇਹਨੂੰ ਪ੍ਰੋਸੈਸ ਕਰੀਦਾ ਹੈਗਾ ਤਾਂ ਕਿ ਇਹ ਖਾਣ ਜੋਗਾ ਹੋ ਜਾਵੇ, ਉਹ ਜਿਹੜਾ ਖਰਚਾ ਜਿਹੜਾ ਹੈਗਾ ਉਹ ਤਕਰੀਬਨ ਸਾਡੇ ਕੋਲ ਇਸ ਵਕਤ ਪੌਣੇ ਕੁ 200 ਰੁਪਏ ਕਿਲੋ ਪੈ ਜਾਂਦਾ ਸਾਨੂੰ, ਜਿਸ ਕਰਕੇ ਕਿ ਸਾਡੀ ਕੀਮਤ ਇਹ ਜ਼ਿਆਦਾ ਹੈਗੀ ਹੈ। ਤੇ ਇਹੀ ਚੀਜ਼ ਅਸੀਂ ਕੰਟਰੋਲ ਕਰਨਾ ਚਾਹੁੰਦੇ, ਇਹੀ ਚੀਜ਼ ਅਸੀਂ ਘਟਾਉਣਾ ਚਾਹੁੰਦੇ ਹੈਗੇ ਹਾਂ। ਅਸੀਂ ਕਾਫੀ ਘਟਾ ਗਏ ਹਾਂ। ਪਹਿਲੇ ਸਾਲ ਸਾਡਾ ਇਹ ਖਰਚਾ, ਪ੍ਰੋਸੈਸਿੰਗ ਦਾ ਖਰਚਾ, ਮਸ਼ੀਨ ਦਾ ਖਰਚਾ ਪਾ ਕੇ ਸਾਨੂੰ ਤਕਰੀਬਨ 600 ਰੁਪਏ ਕਿਲੋ ਪਿਆ ਸੀਗਾ। ਹੁਣ ਉਹ ਸਾਡਾ ਪੌਣੇ ਕੁ 200 ਰੁਪਏ 'ਤੇ ਆ ਗਿਆ ਹੈਗਾ। ਤੇ ਵੀ ਅਸੀਂ ਅਗਲੇ ਐਤਕੀ ਜਦੋਂ ਸਾਰੇ ਇੰਪਰੂਵਮੈਂਟ ਕਰਕੇ ਮੈਂ ਇਹਨੂੰ ਹੋਰ ਘਟਾਉਣਾ ਚਾਹੁੰਦਾ ਹੈਗਾ। 10,000 ਜਿਹੜਾ ਹੈਗਾ, 10,000 ਦਾ ਖਰਚਾ ਹੈ 2015-16 ਦਾ ਸੀਗਾ। ਅੱਜ ਉਹ ਖਰਚਾ ਜਿਹੜਾ ਹੈਗਾ 13-14 ਹਜ਼ਾਰ ਰੁਪਏ ਚੱਲ ਜਾਏਗਾ ਕਿਉਂਕਿ ਡੀਜ਼ਲ ਵਗੈਰਾ ਮਹਿੰਗਾ ਹੋ ਗਿਆ, ਲੇਬਰ ਮਹਿੰਗੀ ਹੋ ਗਈ ਹੈ। ਤੇ ਜਿਹੜਾ ਡੀਹਸਕਿੰਗ ਦਾ ਖਰਚਾ ਹੈਗਾ ਉਹ ਅਸੀਂ ਕੰਟਰੋਲ ਕਰਨਾ ਚਾਹੁੰਦੇ ਹਾਂ। ਉਹ ਕਿੰਨਾ ਘਟਾ ਸਕਦੇ ਹਾਂ ਉਹ ਮੈਂ ਦੇਖ ਕੇ ਐਤਕੀ ਉਸ ਤੋਂ ਬਾਅਦ ਦੇਖੂੰਗਾ ਸਾਰਾ ਕੁਛ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ 25-30 ਸਾਲ ਤੋਂ ਪੰਜਾਬ ਇੱਕ ਝੋਨੇ ਔਰ ਕਣਕ ਦਾ ਖੇਤਰ ਬਣ ਗਿਆ ਹੈਗਾ। ਇਸ ਦੇ ਨਾਲ ਸਾਨੂੰ ਬੜੇ ਨੁਕਸਾਨ ਵੀ, ਪਹਿਲਾਂ ਫਾਇਦੇ ਹੋਏ ਸੀਗੇ, ਹੁਣ ਸਾਨੂੰ ਨੁਕਸਾਨ ਹੈਗੇ ਨੇ। ਉਹ ਨੁਕਸਾਨਾਂ ਦੇ ਵਿੱਚ ਇੱਕ ਤਾਂ ਪਾਣੀ ਦੀ ਕਮੀ ਹੋ ਰਹੀ ਹੈਗੀ ਹੈ, ਦੂਸਰਾ ਸਾਡੇ ਮੋਨੋਕਲਚਰ ਹੋ ਗਿਆ ਹੈਗਾ, ਜਿਸ ਕਰਕੇ ਕਿ ਇੱਕੋ ਕਿਸਮ ਦੀ ਫਸਲ ਬੀਜਣ ਦੇ ਨਾਲ ਜ਼ਮੀਨ 'ਚ ਉਸ ਦੇ ਤੱਤ ਜਿਹੜੇ ਹੈਗੇ ਉਹਨਾਂ ਦੀ ਕਮੀ ਹੋਣੀ ਸ਼ੁਰੂ ਹੋ ਗਈ ਹੈ ਤੇ ਜ਼ਮੀਨ ਓਨੀ ਉਪਜਾਊ ਨਹੀਂ ਰਹੀ ਜਿੰਨੀ ਕਿ ਪਹਿਲਾਂ ਸੀਗੀ। ਇਸ ਤੋਂ ਇਲਾਵਾ ਜਿਹੜਾ ਇਹਦੇ ਵਿੱਚੋਂ ਬੱਚਤ ਸੀਗੀ ਕਣਕ ਝੋਨੇ ਦੇ ਵਿੱਚੋਂ, ਓਨੀ ਨਹੀਂ ਰਹਿ ਗਈ ਜਿੰਨੀ ਕਿ ਅੱਜ ਤੋਂ 10 ਸਾਲ ਪਹਿਲਾਂ ਸੀਗੀ। ਸੋ ਇਸ ਕਰਕੇ ਸਾਨੂੰ ਸੋਚਣਾ ਚਾਹੀਦਾ ਹੈਗਾ ਔਰ ਸੋਚਣਾ ਪਏਗਾ
ਕਿ ਅਸੀਂ ਇਸ 2 ਕ੍ਰੌਪਸ ਨੂੰ ਛੱਡ ਕੇ ਕੋਈ ਹੋਰ ਚੀਜ਼ਾਂ ਪਾਸੇ ਚਾਹੀਏ। ਬੜੀ ਚੰਗੀ ਗੱਲ ਹੈ ਕਿ ਅੱਜ ਕੱਲ੍ਹ ਬੜੇ ਲੋਕ ਬੜੇ ਪਾਸੇ ਡਾਇਵਰਸੀਫਿਕੇਸ਼ਨ ਕਰ ਰਹੇ ਨੇ, ਲੋਕ ਫਰੂਟਸ ਵਾਲੇ ਪਾਸੇ ਜਾ ਰਹੇ ਨੇ, ਵੈਜੀਟੇਬਲਸ ਵਾਲੇ ਪਾਸੇ ਜਾ ਰਹੇ ਨੇ, ਹਲਦੀ ਵਾਲੇ ਪਾਸੇ ਜਾ ਰਹੇ ਨੇ। ਉਸੇ ਤਰ੍ਹਾਂ ਇੱਕ ਕਿਨੂਆ ਵੀ ਜਿਹੜੀ ਹੈਗੀ ਹੈ ਇੱਕ ਬਹੁਤ ਅੱਛੀ ਕ੍ਰੌਪ ਹੈਗੀ ਹੈ। ਤੁਹਾਨੂੰ ਹਰ ਕਿਸਾਨ ਨੂੰ ਵਾਜਬ ਪੈਸੇ ਜਿਹੜੇ ਹੈਗੇ ਹੈ ਉਹ ਪ੍ਰੋਫਿਟ ਵੀ ਉਹਦਾ ਵਧੇਗਾ, ਉਹਦਾ ਜ਼ਮੀਨ ਦਾ ਬਣਤਰ ਵੀ ਵਧੇਗੀ। ਅਤੇ ਇਹ ਮੈਂ ਚਾਹੂੰਗਾ ਕਿ ਬਹੁਤ ਕਿਸਾਨ ਇਸ ਚਾਹਣ। ਜੋ ਕੁਛ ਮੇਰੇ ਕੋਲ ਬਣਦਾ ਹੈਗਾ ਮੈਂ ਉਹਨਾਂ ਦੀ ਉਸ ਤਰ੍ਹਾਂ ਮਦਦ ਕਰੂੰਗਾ ਅਤੇ ਉਹ ਇਸ ਨੂੰ ਬੀਜਣ, ਅਸੀਂ ਤੋਂ ਸਿੱਖਣ ਸਾਡੇ ਤੋਂ, ਅਤੇ ਅੱਗੇ ਇਹਨੂੰ ਮਾਰਕੀਟ ਦੇ ਵਿੱਚ ਦੇਣ, ਕਿਉਂਕਿ ਇਹ ਬਹੁਤ ਅੱਛਾ ਇੱਕ ਫੂਡ ਪ੍ਰੋਡਕਟ ਹੈਗਾ। ਔਰ ਸਾਡੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਅਨੀਮੀਆ ਬਹੁਤ ਜ਼ਿਆਦਾ ਹੈਗਾ, ਜਿਸ ਨੂੰ ਕਿ ਇਹਦੇ ਨਾਲ ਇਹ ਸਾਡੀ ਜਿਹੜੀ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਚੰਗੀ ਖੁਰਾਕ ਮਿਲਣ ਦੇ ਨਾਲ ਅੱਗੇ ਉਹਨਾਂ ਦੀ ਡਿਵੈਲਪਮੈਂਟ ਬਹੁਤ ਅੱਛੀ ਹੋਏਗੀ ਔਰ ਸਾਡੇ ਮੁਲਕ ਲਈ ਬਹੁਤ ਅੱਛਾ ਹੋਏਗਾ। ਅੱਜ ਕੱਲ੍ਹ ਸਾਰਿਆਂ ਦੇ ਕੋਲ ਇੰਟਰਨੈਟ ਹੈਗਾ, ਉਹ ਇੰਟਰਨੈਟ 'ਤੇ ਜਾ ਕੇ ਕਿਨੂਆ ਦੇ ਬਾਰੇ ਪੜ੍ਹਨ, ਕਿਨੂਆ ਦੇ ਫਾਇਦਿਆਂ ਬਾਰੇ ਪੜ੍ਹਨ, ਕਿਨੂਆ ਦੀ ਰੈਸਪੀਜ਼ ਬਾਰੇ ਪੜ੍ਹਨ ਅਤੇ ਉਸ ਦਾ ਫਾਇਦਾ ਉਠਾ ਕੇ ਬੱਚਿਆਂ ਨੂੰ ਬਚਪਨ ਤੋਂ ਇਹ ਉਹਨਾਂ ਦੀ ਖੁਰਾਕ ਦੇ ਵਿੱਚ ਐਡ ਕਰਨ, ਤਾਂ ਕਿ ਉਹਨਾਂ ਨੂੰ ਅੱਛੀ ਖੁਰਾਕ ਮਿਲੇ, ਪ੍ਰੋਟੀਨ ਮਿਲੇ ਔਰ ਉਹਨਾਂ ਦੀ ਡਿਵੈਲਪਮੈਂਟ ਜਿਹੜੀ ਹੈਗੀ ਹੈ, ਦਿਮਾਗੀ, ਜਿਸਮਾਨੀ ਸਾਰੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਅੱਛੀ ਤਰ੍ਹਾਂ ਹੋਵੇ। ਤੁਸੀਂ ਬੱਚਿਆਂ ਨੂੰ ਕਿਨੂਆ ਕਈ ਫਾਰਮਸ 'ਚ ਦੇ ਸਕਦੇ ਹੋ। ਦਲੀਆ ਹੋ ਜਾਂਦਾ, ਖਿਚੜੀ ਹੋ ਗਈ, ਇਹਦੇ ਵਿੱਚ ਲੱਡੂ ਬਣ ਜਾਂਦੇ, ਬੱਚਾ ਨਹੀਂ ਖਾਂਦਾ, ਚਾਕਲੇਟ ਬਣ ਜਾਂਦੇ, ਬਿਸਕਿਟਸ ਬਣਦਾ, ਰੋਟੀ ਦੇ ਫਾਰਮ 'ਚ ਦੇ ਸਕਦੇ ਹੋ। ਔਰ ਇਹਦੀ ਬਹੁਤ ਸਾਰੀਆਂ ਚੀਜ਼ਾਂ ਬਣ ਸਕਦੀਆਂ, ਤੁਸੀਂ ਜਿਵੇਂ ਮਰਜ਼ੀ ਮਿਠਾਈ ਬਣਾਉਣੀ ਆ ਵਿੱਚ ਐਡ ਕਰ ਸਕਦੇ ਹੋ। ਜਿਵੇਂ ਆਪਾਂ ਚਾਵਲ ਦਾਲ ਮਿਕਸ ਕਰਕੇ ਦਲੀਆ ਬਣਾਉਂਦੇ, ਵਿੱਚ ਐਡ ਕਰ ਲਓ, ਇਕੱਲੀ ਦਾਲ 'ਚ ਕੜਛੀ ਪਾ ਦਿਓ, ਉਹ ਵੀ ਉਹਨੂੰ ਬੱਚੇ ਨੂੰ ਨਿਊਟ੍ਰੀਸ਼ਨ ਮਿਲੇਗੀ। ਬਾਕੀ ਕਿਨੂਆ ਇੱਕ ਐਸੀ ਵਰਸੇਟਾਈਲ ਚੀਜ਼ ਹੈ ਜਿਸ ਮਰਜ਼ੀ ਖਾਣੇ 'ਚ ਕਿ ਜਿਸ ਮਰਜ਼ੀ ਫਾਰਮ 'ਚ ਬਣਾ ਸਕਦੇ ਹੋ। ਇੱਛਾ ਮੇਰੀ ਸੀਗੀ ਪਰ ਸਿਮਰ ਤੋਂ ਬਿਨਾਂ ਨਹੀਂ ਸੀ ਬਣ ਸਕਦਾ ਕੰਮ, ਕਿਉਂਕਿ ਇਹ ਇਹਦੀ ਮਿਹਨਤ ਸੀਗੀ ਕਿ ਇਹਨੇ ਮੈਨੂੰ ਸੀਡ ਲੈ ਕੇ ਦਿੱਤਾ। ਅਤੇ ਉਸ ਤੋਂ ਬਾਅਦ ਜਦੋਂ ਸੀਡ ਮੈਂ ਲਿਆ ਕੇ ਇਹਨੂੰ ਦੇ ਦਿੱਤਾ, ਇਹਦੇ ਮੱਥੇ ਮਾਰਿਆ ਮੈਂ, ਅਤੇ ਇਹ ਅੱਗੇ ਮੁਸੀਬਤ ਇਹਦੀ ਸੀ ਵੀ ਉਹਨੂੰ ਹੁਣ ਇਹ ਕਿਵੇਂ ਸਾਫ਼ ਕਰੇ, ਕਿਵੇਂ ਵੇਚੇ, ਕਿਵੇਂ ਕਰੇ, ਉਹ ਕੰਮ ਇਹਦਾ ਸੀਗਾ। ਮੈਂ ਤਾਂ ਜੱਟਾਂ ਵਾਲਾ ਕੰਮ ਮੈਂ ਕੀਤਾ, ਬਾਕੀ ਕੰਮ ਇਹਦਾ ਸੀਗਾ। ਹਾਂਜੀ, ਇਹਨਾਂ ਨੇ ਸਾਰਾ ਕੁਛ ਕੀਤਾ, ਉਹਦਾ ਬਣਾਇਆ, ਕਰਿਆ। ਨਾਟ ਸ਼ੋਰ what to do, what not to do, but he started it, made it। ਜਦੋਂ ਟਰੋਲੀ 'ਚ ਵਾਪਸ ਆ ਜਾਂਦਾ ਘਰ, ਫਿਰ ਮੇਰੀ ਜ਼ਿੰਮੇਵਾਰੀ ਸ਼ੁਰੂ ਹੁੰਦੀ ਹੈ ਇਹਨੂੰ ਕੀ ਪ੍ਰੋਡਕਟਸ ਬਣਾਉਣੇ, ਕੀ ਬਣਾਉਣਾ, ਕਿੱਦਾਂ ਬਣਾਉਣਾ, ਤਾਂ ਕਿ ਇਹਦੇ ਵਿੱਚ ਇਹਨਾਂ ਨੂੰ ਵੀ ਕੋਈ ਪ੍ਰੋਫਿਟ ਆਵੇ। ਪਰ ਹਿੰਮਤ ਹੈ ਮੇਰੀ ਇਹਨੇ ਵਧਾਈ। ਮੈਂ ਕਿਹਾ ਖਰਚਾ ਕਰਕੇ ਬੈਠ ਗਿਆ, ਮੈਂ ਕਿਹਾ ਪਤਾ ਨਹੀਂ ਇਹ 'ਚੋਂ ਲੱਭਣਾ ਕੁਛ ਕਿ ਨਹੀਂ ਲੱਭਣਾ। ਇਹ ਕਹਿੰਦੀ ਕੋਈ ਗੱਲ ਨਹੀਂ, ਮੇਰੇ ਸਿਰ ਪਾ ਦਿਓ ਖਰਚਾ। ਕਮਾਈ ਵਧੀਆ ਹੋ ਗਈ ਜੀ। ਸਾਡੇ ਕੋਲ ਹੁਣ ਵੀ ਪਿਆ ਹੈਗਾ ਤਕਰੀਬਨ 3 ਕੁਇੰਟਲ ਪਿਆ ਹੈਗਾ, ਜਿਹਦਾ ਕਿ ਅਸੀਂ ਹੁਣ ਪ੍ਰੋਸੈਸ ਕਰਨਾ ਸ਼ੁਰੂ ਕਰਾਂਗੇ। ਮੈਡੀਕਲੀ ਇਹਦੇ ਵਿੱਚ ਐਸੀ ਕੋਈ ਚੀਜ਼ ਨਹੀਂ ਹੈਗੀ, ਕੋਈ ਇਹਦੀ ਐਸੀ ਚੀਜ਼ ਨਹੀਂ ਵੀ ਇਹ ਪ੍ਰੈਗਨੈਂਸੀ 'ਚ ਨਹੀਂ ਖਾਧਾ ਜਾ ਸਕਦਾ। ਇਹ ਡਿਊਰਿੰਗ ਔਰਤਾਂ ਦੇ ਜਿਹੜੇ ਪੀਰੀਅਡਸ ਹੁੰਦੇ ਨੇ ਉਦੋਂ ਨਹੀਂ ਖਾਧਾ ਜਾ ਸਕਦਾ, ਸਾਰਾ ਸਾਲ ਖਾਧਾ ਜਾ ਸਕਦਾ ਹੈ, ਸਵੇਰੇ ਦੁਪਹਿਰੇ ਸ਼ਾਮ ਖਾਧਾ ਜਾ ਸਕਦਾ ਹੈਗਾ। ਇਹਦੀ ਕੋਈ ਤਸੀਰ ਗਰਮੀ ਵਾਲੀ ਨਹੀਂ, ਕੋਈ ਤਸੀਰ ਠੰਡੀ ਵਾਲੀ ਨਹੀਂ, ਨੋਰਮਲ ਤਸੀਰ ਵਾਲਾ ਖੁਰਾਕ ਹੈਗੀ ਹੈ। ਸਿਰਫ ਇਹਦੇ ਵਿੱਚ ਪ੍ਰੋਟੀਨਸ ਬਹੁਤ ਅੱਛੇ ਨੇ, ਫਸਟ ਕਲਾਸ ਪ੍ਰੋਟੀਨ ਹੈਗੇ ਨੇ, ਅਤੇ ਇਸ ਕਰਕੇ ਇਹ ਸੁਪਰ ਫੂਡ ਗਿਣਿਆ ਜਾਂਦਾ ਹੈ। ਸਾਡੇ ਬੱਚੇ ਆਸਟ੍ਰੇਲੀਆ ਨੇ ਅਤੇ ਅਸੀਂ ਉਹਨਾਂ ਨੂੰ ਵਿਜ਼ਿਟ ਕਰਦੇ ਰਹਿੰਦੇ ਹਾਂ, ਉਹ ਵੀ ਸਾਨੂੰ ਵਿਜ਼ਿਟ ਕਰਦੇ ਰਹਿੰਦੇ ਨੇ, ਅਤੇ ਉਹ ਇਸ ਚੀਜ਼ 'ਚ ਬਹੁਤ ਖੁਸ਼ ਹੈ ਕਿ ਅਸੀਂ ਆਪਣਾ ਕੰਮ ਕਰਦੇ ਹਾਂ। ਇਸ ਉਮਰ ਦੇ ਵਿੱਚ ਵੀ ਅਸੀਂ ਠੀਕ, ਸਾਡੀ ਸਿਹਤ ਠੀਕ ਹੈ, ਕੰਮ ਕਰੀਦਾ, ਖੁਸ਼ ਰਹੀਦਾ, ਸ਼ਾਮ ਨੂੰ ਬੈਠ ਕੇ ਸਾਰਾ ਕੁਛ ਕੰਮ ਸਾਂਝਾ ਕਰ ਲਈਦਾ। ਪੈਸੇ ਤਾਂ ਦੇਖੋ ਜੀ, ਇਹ ਪੁਰਾਣੀ ਕਹਾਵਤ ਹੈ। ਉਹ ਕਹਿੰਦੇ ਆ ਵੀ ਘਰ ਵਾਲੇ ਦੀ ਜਿਹੜਾ ਪੈਸੇ ਹੈਗੇ ਹੈ ਉਹ ਸਾਂਝੇ ਹੈ, ਅਤੇ ਘਰ ਵਾਲੀ ਦੇ ਪੈਸੇ ਘਰ ਵਾਲੀ ਦੇ ਹੈ। ਕਿਨੂਆ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਲਦੀ ਵੱਲ ਗਏ ਸੀਗੇ, ਔਰ ਹਲਦੀ ਅਸੀਂ ਹਰ ਸਾਲ ਤਕਰੀਬਨ 2 ਤੋਂ 2.5 ਏਕੜ 3 ਏਕੜ ਬੀਜਦੇ ਹੈਗੇ ਆ।
ਇਹਦੇ ਵਿੱਚ ਇਸ ਕਰਕੇ ਅਸੀਂ ਨਹੀਂ ਵਧਾ ਰਹੇ ਕਿ ਸਾਡੀ ਜਿੰਨੀ ਕੁ ਸੇਲ ਹੈਗੀ ਹੈ ਉਨੀ ਕੁ ਅਸੀਂ ਵੇਚ ਰਹੇ ਹਾਂ। ਇਹ ਵੱਧ ਪੈਦਾ ਕਰਕੇ ਤੇ ਫਿਰ ਘਾਟਾ ਖਾਓ, ਉਹਦੇ ਨਾਲੋਂ ਚੰਗਾ ਜਿੰਨਾ ਤੁਸੀਂ ਕਰ ਸਕਦੇ ਹੋ ਉਸ ਹਿਸਾਬ ਨਾਲ। ਤੇ ਇਸ ਸਾਲ ਸਾਡੀ ਹਲਦੀ ਕਿਉਂਕਿ ਨਵਾਂ ਸੀਡ ਸ਼ੁਰੂ ਕੀਤਾ ਹੈਗਾ, ਇਸ ਸਾਲ ਸਾਡੇ ਕੋਲ 1 ਏਕੜ ਹਲਦੀ ਹੈਗਾ, ਨਵਾਂ ਸੀਡ ਹੈਗਾ। ਪੁਰਾਣਾ ਸੀਡ ਸਾਡਾ ਖਤਮ ਹੋ ਗਿਆ ਸੀ ਕਿਉਂਕਿ ਅਸੀਂ ਚਲੇ ਗਏ ਸੀਗੇ, ਤੇ ਅਗਲੇ ਸਾਲ ਤੋਂ ਫਿਰ ਅਸੀਂ 2-2.5 ਏਕੜ ਤੇ ਫਿਰ ਆ ਜਾਵਾਂਗੇ।